ਅਧਿਆਪਕ ਸਾਥੀਓ, ਗਣਿਤ ਵਿਸ਼ਾ ਸਕੂਲ ਸਿੱਖਿਆ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਮੁੱਢਲੇ ਸਤਰ ਤੇ ਗਣਿਤ ਇੱਕ ਲਾਜ਼ਮੀ ਵਿਸ਼ਾ ਹੈ। ਸਭ ਤੋਂ ਪਹਿਲਾਂ ਇਹ ਸਮਝੀਏ ਕਿ ਗਣਿਤ ਕੀ ਹੈ। ਅਸਲ ਵਿੱਚ ਮੈਥਮੈਟਿਕਸ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ਮੈਥਮਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਵਿਗਿਆਨ। ਆਕਸਫੋਰਡ ਡਿਕਸ਼ਨਰੀ ਅਨੁਸਾਰ ਗਣਿਤ ਨੂੰ ਸਥਾਨ, ਸੰਖਿਆਵਾਂ ਅਤੇ ਮਾਤਰਾਵਾਂ ਦੇ ਵਿਗਿਆਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਵੱਡੀਆਂ ਜਮਾਤਾਂ ਵਿੱਚ ਪਹੁੰਚਣ ਤੱਕ ਵਿਦਿਆਰਥੀਆਂ ਦਾ ਗਣਿਤ ਵਿਸ਼ੇ ਪ੍ਰਤੀ ਨਜ਼ਰੀਆ ਕਿਵੇਂ ਦਾ ਹੈ, ਇਹ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ ਕਿ ਪ੍ਰਾਇਮਰੀ ਪੱਧਰ ਤੇ ਉਹਨਾਂ ਨੂੰ ਗਣਿਤ ਕਿਸ ਤਰੀਕੇ ਨਾਲ ਪੜ੍ਹਾਇਆ ਗਿਆ ਹੈ। ਇੱਥੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਗਣਿਤ ਵਿਸ਼ੇ ਨੂੰ ਇਸ ਤਰੀਕੇ ਨਾਲ ਪੜ੍ਹਾਇਆ ਜਾਵੇ ਤਾਂ ਜੋ ਵਿਦਿਆਰਥੀ ਇਸ ਵਿਸ਼ੇ ਤੋਂ ਡਰਨ ਦੀ ਬਜਾਏ ਇਸ ਦਾ ਆਨੰਦ ਉਠਾਉਣ। ਗਣਿਤ ਵਿਸ਼ੇ ਵਿੱਚ ਕੋਈ ਨਵੀਂ ਧਾਰਨਾ, ਨਵਾਂ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਮੂਰਤ ਵਸਤੂਆਂ, ਖਿਡੌਣਿਆਂ ਅਤੇ ਸਿੱਖਣ ਦੀ ਹੋਰ ਸਮੱਗਰੀ ਦੇ ਤਜਰਬੇ ਦੇਣ ਦੇ ਨਾਲ ਬੱਚਿਆਂ ਦੀ ਵਿਸ਼ੇ ਪ੍ਰਤੀ ਰੁਚੀ ਨੂੰ ਵਧਾਇਆ ਜਾ ਸਕਦਾ ਹੈ। ਬੱਚਿਆਂ ਨੂੰ ਦਿੱਤੇ ਜਾਣ ਵਾਲੇ ਕੰਮ ਖੋਜੀ ਸ਼ੈਲੀ ਦੇ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਇਸ ਵਿਸ਼ੇ ਨੂੰ ਰੋਜ਼ਾਨਾ ਜੀਵਨ ਦੇ ਤਜਰਬਿਆਂ ਨਾਲ ਜੋੜ ਕੇ ਸਿੱਖ ਸਕਣ। ਗਣਿਤ ਵਿਸ਼ਾ ਵਿਦਿਆਰਥੀਆਂ ਵਿੱਚ ਭਾਸ਼ਾ ਦੀ ਕੁਸ਼ਲਤਾ ਦਾ ਵੀ ਵਿਕਾਸ ਕਰਦਾ ਹੈ। ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਪ੍ਰਤੀ ਉਹਨਾਂ ਦੇ ਤਜਰਬਿਆਂ ਅਤੇ ਕਲਪਨਾਵਾਂ ਦਾ ਵਰਣਨ ਸ਼ਾਬਦਿਕ ਰੂਪ ਵਿੱਚ ਕਰਨ ਲਈ ਉਚਿਤ ਮੌਕੇ ਦਿੰਦਾ ਹੈ ਤਾਂ ਇਸ ਨਾਲ ਵਿਦਿਆਰਥੀਆਂ ਦੀ ਭਾਸ਼ਾ ਦਾ ਵੀ ਵਿਕਾਸ ਹੁੰਦਾ ਹੈ। ਪ੍ਰਾਇਮਰੀ ਪੱਧਰ ਤੇ ਗਣਿਤ ਵਿਸ਼ੇ ਵਿੱਚ ਅਸੀਂ ਸਮੱਸਿਆ ਅਤੇ ਉਸਦੇ ਹੱਲ ਨੂੰ ਚਿੱਤਰਾਂ ਦੇ ਰੂਪ ਵਿੱਚ ਪੇਸ਼ ਕਰ ਸਕਦੇ ਹਾਂ। ਇਸ ਨਾਲ ਬੱਚਿਆਂ ਨੂੰ ਵੱਡੀਆਂ ਜਮਾਤਾਂ ਵਿੱਚ ਗਣਿਤਕ ਵਿਚਾਰਾਂ ਨੂੰ ਚਿਤਰਾਤਮਕ ਰੂਪ ਵਿੱਚ ਪੇਸ਼ ਕਰਨ ਵਿੱਚ ਆਸਾਨੀ ਹੋਵੇਗੀ। ਅੰਤ ਵਿੱਚ ਬੱਚਿਆਂ ਨੂੰ ਸੰਕੇਤਾਂ ਦੀ ਵਰਤੋਂ ਕਰਕੇ ਜਾਣਕਾਰੀ ਦਰਸਾਉਣ ਅਤੇ ਵਿਆਖਿਆ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਬੱਚੇ ਆਪਣੇ ਵਿਚਾਰਾਂ ਨੂੰ ਸਟੀਕ ਅਤੇ ਸਪਸ਼ਟ ਤਰੀਕੇ ਨਾਲ ਪੇਸ਼ ਕਰਨਾ ਸਿੱਖਦੇ ਹਨ। ਗਣਿਤ ਵਿਸ਼ੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੜ੍ਹਾਉਣ ਲਈ ਖਾਸ ਤਰ੍ਹਾਂ ਦੀ ਮੁਹਾਰਤ ਦੀ ਜ਼ਰੂਰਤ ਹੈ, ਜਿੱਥੇ ਅਧਿਆਪਕ ਨੂੰ ਇਸ ਵਿਸ਼ੇ ਦੀ ਚੰਗੀ ਜਾਣਕਾਰੀ ਦੇ ਨਾਲ-ਨਾਲ ਗਣਿਤ ਪੜ੍ਹਾਉਣ ਦੇ ਖੇਤਰ ਦਾ ਵੀ ਭਰਪੂਰ ਗਿਆਨ ਹੋਣਾ ਲਾਜ਼ਮੀ ਹੈ। ਗਣਿਤ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਵਧਾਉਣ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਨਵੇਂ ਸੰਕਲਪ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਇਸ ਨਾਲ ਜੁੜਾਵ ਮਹਿਸੂਸ ਕਰਨ। ਇਸ ਲਈ ਜ਼ਰੂਰੀ ਹੈ ਕਿ ਗਣਿਤ ਵਿਸ਼ੇ ਨੂੰ ਵੱਧ ਤੋਂ ਵੱਧ ਰੋਜ਼ਾਨਾ ਜੀਵਨ ਨਾਲ ਜੋੜ ਕੇ ਪੜ੍ਹਾਇਆ ਜਾਵੇ। ਬੈਂਜਾਮਿਨ ਬਲੂਮ ਦੁਆਰਾ ਦਿੱਤੀ ਗਈ ਸਿੱਖਿਆ ਦੇ ਉਦੇਸ਼ਾਂ ਦੀ ਟੈਕਸੋਨੋਮੀ, ਜਿਸ ਨੂੰ ਬਲੂਮ ਟੈਕਸੋਨੋਮੀ ਕਿਹਾ ਜਾਂਦਾ ਹੈ, ਇਸ ਵਿੱਚ ਗਿਆਨਾਤਮਕ ਉਦੇਸ਼ਾਂ ਨੂੰ 6 ਭਾਗਾਂ ਵਿੱਚ ਵੰਡਿਆ ਗਿਆ ਹੈ, ਜੋ ਕਿ ਹੇਠਲੇ ਕ੍ਰਮ ਦੇ ਸੋਚਣ ਦੇ ਹੁਨਰ ਤੋਂ ਉੱਚ ਕ੍ਰਮ ਦੇ ਸੋਚਣ ਦੇ ਹੁਨਰ ਵੱਲ ਵਧਦੇ ਹਨ। ਇਸ ਵਰਗੀਕਰਨ ਦਾ ਸਭ ਤੋਂ ਹੇਠਲਾ ਭਾਗ ਰਿਮੈਂਬਰਿੰਗ, ਯਾਦ ਰੱਖਣ ਨਾਲ ਸੰਬੰਧਿਤ ਹੈ। ਇਸ ਦਾ ਉਦੇਸ਼ ਪਹਿਲਾਂ ਪ੍ਰਾਪਤ ਕੀਤੇ ਗਿਆਨ ਨੂੰ ਯਾਦ ਰੱਖਣ ਤੱਕ ਸੀਮਿਤ ਹੈ। ਇਸ ਦਾ ਦੂਜਾ ਭਾਗ ਅੰਡਰਸਟੈਂਡਿੰਗ, ਇਹ ਸਮਝ ਦੇ ਨਿਊਨਤਮ ਸਤਰ ਨੂੰ ਦਰਸਾਉਂਦਾ ਹੈ। ਇਸ ਵਿੱਚ ਵਿਦਿਆਰਥੀ ਦੀ ਉਹ ਸਮਰੱਥਾ ਸ਼ਾਮਿਲ ਹੈ ਜਿਸ ਰਾਹੀਂ ਬੱਚਾ ਸੰਕਲਪਾਂ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਕਿਸੇ ਘਟਨਾ ਜਾਂ ਸੰਕਲਪ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਸਕਦਾ ਹੈ। ਇਸ ਦਾ ਤੀਜਾ ਭਾਗ ਅਪਲਾਈਂਗ, ਭਾਵ ਪ੍ਰਯੋਗ ਵਿੱਚ ਲਿਆਉਣਾ। ਇਸ ਵਿੱਚ ਵਿਦਿਆਰਥੀ ਕਿਸੇ ਕਨਸੈਪਟ ਜਾਂ ਸੰਕਲਪ ਨੂੰ ਨਵੀਂ ਸਥਿਤੀ ਜਿਸ ਨਾਲੋਂ ਬੱਚਾ ਅਣਜਾਣ ਹੁੰਦਾ ਹੈ ਉਸ ਵਿੱਚ ਪ੍ਰਯੋਗ ਕਰਦਾ ਹੈ। ਚੌਥਾ ਭਾਗ ਹੈ ਐਨਾਲਾਈਜ਼ਿੰਗ, ਭਾਵ ਵਿਸ਼ਲੇਸ਼ਣ ਕਰਨਾ। ਇਸ ਵਿੱਚ ਕਿਸੇ ਸਮੱਗਰੀ ਨੂੰ ਉਸਦੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਬਣਤਰ ਨੂੰ ਸਮਝਿਆ ਜਾ ਸਕੇ। ਇਸ ਵਿੱਚ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪੰਜਵਾਂ ਭਾਗ ਹੈ ਇਵੈਲੂਏਟਿੰਗ, ਭਾਵ ਮੁਲਾਂਕਣ ਕਰਨਾ। ਇਹ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਫੈਸਲਾ ਲੈਣ ਨਾਲ ਸੰਬੰਧਿਤ ਹੈ। ਇਸ ਵਿੱਚ ਮਾਪਦੰਡ ਅਧਿਆਪਕ ਜਾਂ ਵਿਦਿਆਰਥੀ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਛੇਵਾਂ ਅਤੇ ਆਖਰੀ ਭਾਗ ਹੈ ਕ੍ਰੀਏਟਿੰਗ, ਇਹ ਸਿਰਜਣਾ ਕਰਨ ਨਾਲ ਸੰਬੰਧਿਤ ਹੈ। ਵਿਦਿਆਰਥੀ ਪ੍ਰਾਪਤ ਜਾਣਕਾਰੀ ਨੂੰ ਕਿਸੇ ਇਨੋਵੇਟਿਵ ਤਰੀਕੇ ਨਾਲ ਸਾਹਮਣੇ ਰੱਖਦਾ ਹੈ। ਇਸ ਵਿੱਚ ਨਵੀਂ ਸਮੱਗਰੀ ਬਣਾਉਣ ਜਾਂ ਕੋਈ ਨਵਾਂ ਅਰਥ ਕੱਢਣ ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਭਾਗ ਦੇ ਸਿੱਖਣ ਨਤੀਜੇ ਸਭ ਤੋਂ ਉੱਪਰ ਹਨ।
ਗਣਿਤ ਦਾ ਕੋਈ ਵੀ ਟੌਪਿਕ ਪੜ੍ਹਾਉਂਦੇ ਸਮੇਂ ਸਾਡਾ ਉਦੇਸ਼ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਕ੍ਰੀਏਟਿੰਗ ਪੱਧਰ ਤੱਕ ਲੈ ਕੇ ਜਾਣਾ ਹੈ। ਉਦਾਹਰਨ ਦੇ ਤੌਰ ਤੇ ਅੱਜ ਅਸੀਂ ਕੋਣਾਂ ਦੇ ਵਿਸ਼ੇ ਤੇ ਗੱਲ ਕਰਾਂਗੇ। ਪਹਿਲੇ ਭਾਗ ਵਿੱਚ ਅਸੀਂ ਕੋਣਾਂ ਨਾਲ ਸੰਬੰਧਿਤ ਮੁੱਢਲੀ ਜਾਣਕਾਰੀ ਹਾਸਲ ਕਰਾਂਗੇ। ਦੂਜੇ ਭਾਗ ਵਿੱਚ ਅਸੀਂ ਦੇਖਾਂਗੇ ਕਿ ਕੋਣਾਂ ਦੀ ਰੋਜ਼ਾਨਾ ਜੀਵਨ ਵਿੱਚ ਕੀ ਮਹੱਤਤਾ ਹੈ ਅਤੇ ਤੀਜੇ ਭਾਗ ਵਿੱਚ TLM ਦੀ ਵਰਤੋਂ ਨਾਲ ਕੋਣ ਬਣਾਉਣੇ ਸਿੱਖਾਂਗੇ। ਅੱਜ ਦੀ ਇਸ ਚਰਚਾ ਦਾ ਉਦੇਸ਼ ਹੈ ਕਿ ਅਧਿਆਪਕ ਸਾਥੀਆਂ ਨੇ ਗਣਿਤ ਦੇ ਕਿਸੇ ਵੀ ਉਪ ਵਿਸ਼ੇ ਨੂੰ ਪੜ੍ਹਾਉਂਦੇ ਸਮੇਂ ਇਸ ਨੂੰ ਰੋਜ਼ਾਨਾ ਜੀਵਨ ਨਾਲ ਜੋੜ ਕੇ ਦੱਸਣਾ ਹੈ ਅਤੇ ਵੱਧ ਤੋਂ ਵੱਧ TLM ਦੀ ਵਰਤੋਂ ਕਰਦੇ ਹੋਏ ਸੰਕਲਪ ਸਪਸ਼ਟ ਕਰਨਾ ਹੈ। ਅਧਿਆਪਕ ਸਾਥੀਓ, ਕੋਣਾਂ ਬਾਰੇ ਪੜ੍ਹਾਉਣ ਤੋਂ ਪਹਿਲਾਂ ਸਿੱਖਿਆਰਥੀਆਂ ਨੂੰ ਬਿੰਦੂ, ਰੇਖਾ, ਰੇਖਾਖੰਡ ਅਤੇ ਕਿਰਨ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ। ਇਸ ਲਈ ਪਹਿਲਾਂ ਅਸੀਂ ਇਹਨਾਂ ਤੇ ਚਰਚਾ ਕਰਾਂਗੇ। ਵਿਦਿਆਰਥੀ ਲਿਖਣ ਲਈ ਪੈਨ ਜਾਂ ਪੈਨਸਿਲ ਦਾ ਇਸਤੇਮਾਲ ਕਰਦੇ ਹਨ। ਪੈਨਸਿਲ ਦੀ ਤਿੱਖੀ ਨੋਕ ਹੁੰਦੀ ਹੈ। ਨੁਕੀਲੀ ਪੈਨਸਿਲ ਨਾਲ ਅਸੀਂ ਕਾਗਜ਼ ਉੱਪਰ ਨਿਸ਼ਾਨ ਲਗਾ ਕੇ ਵਿਦਿਆਰਥੀਆਂ ਨੂੰ ਬਿੰਦੂ ਬਾਰੇ ਦੱਸ ਸਕਦੇ ਹਾਂ। ਇਸੇ ਤਰ੍ਹਾਂ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਕੋਨ, ਇਸ ਦੀ ਵੀ ਤਿੱਖੀ ਨੋਕ ਹੁੰਦੀ ਹੈ। ਸੂਈ ਦੀ ਤਿੱਖੀ ਨੋਕ, ਮੁੜੇ ਹੋਏ ਕਾਗਜ਼ ਦੀ ਤਿੱਖੀ ਨੋਕ ਅਤੇ ਪ੍ਰਕਾਰ ਦੀ ਤਿੱਖੀ ਨੋਕ, ਇਹ ਸਾਰੇ ਸਾਨੂੰ ਬਿੰਦੂ ਦਾ ਅੰਦਾਜ਼ਾ ਪ੍ਰਦਾਨ ਕਰਦੇ ਹਨ। ਅਧਿਆਪਕ ਸਾਥੀਓ, ਇੱਥੇ ਅਸੀਂ ਪੈਨਸਿਲ ਦੀ ਵਰਤੋਂ ਕਰਦੇ ਹੋਏ ਕਾਗਜ਼ ਉੱਪਰ ਬਿੰਦੂ ਨੂੰ ਅੰਕਿਤ ਕੀਤਾ ਹੈ। ਹੁਣ ਸਵਾਲ ਹੈ ਕਿ ਬਿੰਦੂ ਨੂੰ ਦਰਸਾਇਆ ਕਿਵੇਂ ਜਾਵੇ। ਬਿੰਦੂ ਨੂੰ ਦਰਸਾਉਣ ਲਈ ਅਸੀਂ ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ A, B, C, X, Z, O ਆਦਿ ਵਰਤ ਸਕਦੇ ਹਾਂ। ਜਿਵੇਂ ਕਿ ਇੱਥੇ ਆਪਾਂ ਨੂੰ ਦੋ ਬਿੰਦੂ ਦਿੱਤੇ ਹੋਏ ਹਨ, ਇਹਨਾਂ ਨੂੰ ਅਸੀਂ ਪੜਾਂਗੇ ਬਿੰਦੂ A ਅਤੇ ਬਿੰਦੂ Z। ਬਿੰਦੂਆਂ ਨੂੰ ਦਰਸਾਉਣ ਲਈ ਅਸੀਂ ਗੁਰਮੁਖੀ ਦੇ ਵਰਣ ਵੀ ਵਰਤ ਸਕਦੇ ਹਾਂ, ਜਿਵੇਂ ਕਿ ਬਿੰਦੂ ਊੜਾ, ਬਿੰਦੂ ਐੜਾ, ਬਿੰਦੂ ਈੜੀ ਆਦਿ। ਹੁਣ ਅਸੀਂ ਰੇਖਾ ਬਾਰੇ ਗੱਲ ਕਰਦੇ ਹਾਂ। ਇਸ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਇੱਕ ਰੱਸੀ ਜਿਸ ਨੂੰ ਕਿ ਵਿਚਕਾਰੋਂ ਕਿਸੇ ਵੀ ਦੋ ਬਿੰਦੂਆਂ ਜਿਵੇਂ ਕਿ ਬਿੰਦੂ A ਅਤੇ ਬਿੰਦੂ B ਤੋਂ ਕੱਸ ਕੇ ਪਕੜਿਆ ਜਾਵੇ ਅਤੇ ਜੇਕਰ ਅਸੀਂ ਇਸ ਦੇ ਦੋਵੇਂ ਸਿਰਿਆਂ ਨੂੰ ਅਨੰਤ ਤੱਕ ਵਧਾ ਦਈਏ ਤਾਂ ਇਹ ਇੱਕ ਰੇਖਾ ਬਣ ਜਾਵੇਗੀ। ਅਧਿਆਪਕ ਸਾਥੀਓ, ਇੱਕ ਸਿੱਧੀ ਰੇਖਾ ਦੀ ਨਾ ਤਾਂ ਕੋਈ ਚੌੜਾਈ ਅਤੇ ਨਾ ਹੀ ਮੋਟਾਈ ਹੁੰਦੀ ਹੈ। ਇਹ ਦੋ ਉਲਟ ਦਿਸ਼ਾਵਾਂ ਵਿੱਚ ਅਨੰਤ ਦੂਰੀ ਤੱਕ ਚੱਲਦੀ ਹੈ ਅਤੇ ਇਸੇ ਕਾਰਨ ਕਰਕੇ ਕਿਸੇ ਵੀ ਰੇਖਾ ਨੂੰ ਪੂਰਨ ਤੌਰ ਤੇ ਨਹੀਂ ਦਰਸਾਇਆ ਜਾ ਸਕਦਾ, ਪਰ ਇੱਕ ਚਿੱਤਰ ਦੇ ਰੂਪ ਵਿੱਚ ਪ੍ਰਦਰਸ਼ਿਤ ਜ਼ਰੂਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਰੇਖਾ AB, ਰੇਖਾ ਊੜਾ ਐੜਾ ਅਤੇ ਰੇਖਾ L। ਸੋ ਇਸ ਤਰੀਕੇ ਨਾਲ ਅਸੀਂ ਰੇਖਾਵਾਂ ਨੂੰ ਗੁਰਮੁਖੀ ਜਾਂ ਅੰਗਰੇਜ਼ੀ ਵਰਣਮਾਲਾ ਦੇ ਅੱਖਰਾਂ ਰਾਹੀਂ ਦਰਸਾ ਸਕਦੇ ਹਾਂ। ਇਹ ਤੀਰ ਦੇ ਨਿਸ਼ਾਨ ਦਰਸਾ ਰਹੇ ਹਨ ਕਿ ਅਸੀਂ ਰੇਖਾ ਨੂੰ ਦੋਵੇਂ ਪਾਸੇ ਅਨੰਤ ਦੂਰੀ ਤੱਕ ਵਧਾ ਸਕਦੇ ਹਾਂ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਰੇਖਾ ਦਾ ਕੋਈ ਅੰਤ ਬਿੰਦੂ ਨਹੀਂ ਹੁੰਦਾ। ਹੁਣ ਜੇਕਰ ਅਸੀਂ ਇਸ ਰੇਖਾ ਵਿੱਚੋਂ ਕੁਝ ਹਿੱਸਾ ਲਈਏ ਤਾਂ ਇਸ ਦੇ ਸਿਰਿਆਂ ਤੇ ਤੀਰ ਦਾ ਕੋਈ ਨਿਸ਼ਾਨ ਨਹੀਂ ਹੈ। ਰੇਖਾ ਦੇ ਸੀਮਤ ਭਾਗ ਨੂੰ ਰੇਖਾਖੰਡ ਕਿਹਾ ਜਾਂਦਾ ਹੈ। ਰੇਖਾਖੰਡ ਦੇ ਦੋ ਅੰਤ ਬਿੰਦੂ ਹੁੰਦੇ ਹਨ, ਜਿਸ ਦਾ ਭਾਵ ਇਹ ਹੋਇਆ ਕਿ ਰੇਖਾਖੰਡ ਦੀ ਇੱਕ ਨਿਸ਼ਚਿਤ ਲੰਬਾਈ ਹੁੰਦੀ ਹੈ। ਅਜਿਹੇ ਸੰਕਲਪ ਸਮਝਾਉਣ ਸਮੇਂ ਅਸੀਂ ਸਥੂਲ ਉਦਾਹਰਨਾਂ ਜ਼ਰੂਰ ਲੈਣੀਆਂ ਹਨ। ਅਸੀਂ ਇੱਕ ਕਾਗਜ਼ ਦਾ ਟੁਕੜਾ ਲਿਆ, ਇਸ ਨੂੰ ਕਿਸੇ ਵੀ ਦਿਸ਼ਾ ਤੋਂ ਮੋੜਿਆ ਅਤੇ ਫਿਰ ਖੋਲ ਦਿੱਤਾ। ਇਸ ਤਰ੍ਹਾਂ ਕਰਨ ਨਾਲ ਇਸ ਉੱਪਰ ਇੱਕ ਨਿਸ਼ਾਨ ਬਣ ਗਿਆ ਹੈ, ਭਾਵ ਕਿ ਇੱਕ ਕਰੀਜ਼ ਬਣ ਗਈ ਹੈ। ਅਸੀਂ ਇਸ ਕਰੀਜ਼ ਦੇ ਦੋਨੋਂ ਸਿਰਿਆਂ ਨੂੰ ਨਾਮ ਦੇ ਦੇਵਾਂਗੇ A ਅਤੇ B। ਇਸ ਦਾ ਭਾਵ ਇਹ ਹੋਇਆ ਕਿ ਇਸ ਕਰੀਜ਼ ਦੇ ਦੋ ਅੰਤ ਬਿੰਦੂ ਹਨ, A ਅਤੇ B। ਅੰਤ ਬਿੰਦੂ ਹੋਣ ਦਾ ਭਾਵ ਕਿ ਇਸ ਦੀ ਇੱਕ ਨਿਸ਼ਚਿਤ ਲੰਬਾਈ ਵੀ ਹੈ। ਇਸ ਲਈ ਕਾਗਜ਼ ਉੱਪਰ ਬਣੀ ਹੋਈ ਇਹ ਕਰੀਜ਼ ਇੱਕ ਰੇਖਾਖੰਡ ਹੈ। ਰੇਖਾਖੰਡ ਦੀ ਨਿਸ਼ਚਿਤ ਲੰਬਾਈ ਹੋਣ ਕਾਰਨ ਇਸ ਨੂੰ ਫੁੱਟੇ ਦੀ ਸਹਾਇਤਾ ਨਾਲ ਮਾਪਿਆ ਜਾ ਸਕਦਾ ਹੈ, ਪਰੰਤੂ ਰੇਖਾ ਨੂੰ ਫੁੱਟੇ ਦੀ ਸਹਾਇਤਾ ਨਾਲ ਨਹੀਂ ਮਾਪਿਆ ਜਾ ਸਕਦਾ, ਕਿਉਂਕਿ ਰੇਖਾ ਦੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਹੁਣ ਅਸੀਂ ਕਿਰਨ ਬਾਰੇ ਚਰਚਾ ਕਰਦੇ ਹਾਂ। ਸਵੇਰ ਸਮੇਂ ਜਦੋਂ ਅਸਮਾਨ ਵਿੱਚ ਸੂਰਜ ਚਮਕਦਾ ਹੈ ਤਾਂ ਇਸ ਦੀਆਂ ਦੂਰ ਤੱਕ ਫੈਲੀਆਂ ਹੋਈਆਂ ਕਿਰਨਾਂ ਨਜ਼ਰ ਆਉਂਦੀਆਂ ਹਨ। ਸੂਰਜ ਦੀਆਂ ਇਹ ਕਿਰਨਾਂ ਸਿੱਧੀਆਂ ਹੇਠਾਂ ਧਰਤੀ ਵੱਲ ਆਉਂਦੀਆਂ ਹਨ। ਇਸੇ ਤਰ੍ਹਾਂ ਜਦੋਂ ਹਨੇਰੇ ਕਮਰੇ ਵਿੱਚ ਟਾਰਚ ਜਗਾਈ ਜਾਂਦੀ ਹੈ ਤਾਂ ਅਸੀਂ ਟਾਰਚ ਦੇ ਚਾਨਣ ਦੀਆਂ ਕਿਰਨਾਂ ਵੀ ਦੇਖ ਸਕਦੇ ਹਾਂ।
ਇੱਕ ਕਿਰਨ ਦਾ ਸਿੱਧਾ ਰਸਤਾ ਹੁੰਦਾ ਹੈ ਜਿਸ ਦਾ ਇੱਕ ਸਿਰਾ ਨਿਸ਼ਚਿਤ ਬਿੰਦੂ ਅਤੇ ਦੂਸਰਾ ਸਿਰਾ ਅਨੰਤ ਦੂਰੀ ਤੱਕ ਚੱਲਦਾ ਰਹਿੰਦਾ ਹੈ। ਇਸ ਲਈ ਇੱਕ ਕਿਰਨ ਦੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਇੱਕ ਕਿਰਨ ਦਾ ਨਾਮ ਦੋ ਅੱਖਰ ਲੈ ਕੇ ਲਿਖਿਆ ਜਾ ਸਕਦਾ ਹੈ। ਪਹਿਲਾ ਅੱਖਰ ਕਿਰਨ ਦਾ ਆਰੰਭ ਬਿੰਦੂ ਅਤੇ ਦੂਸਰਾ ਅੱਖਰ ਕਿਰਨ ਉੱਪਰ ਲਏ ਕਿਸੇ ਵੀ ਹੋਰ ਬਿੰਦੂ ਨੂੰ ਦਰਸਾਉਂਦਾ ਹੈ। ਇਸ ਦਿੱਤੀ ਹੋਈ ਕਿਰਨ ਨੂੰ ਅਸੀਂ ਪੜਾਂਗੇ ਕਿਰਨ AB, ਪਰੰਤੂ ਇਸ ਕਿਰਨ ਨੂੰ ਕਿਰਨ BA ਨਹੀਂ ਪੜਿਆ ਜਾ ਸਕਦਾ ਕਿਉਂਕਿ B ਇਸ ਦਾ ਆਰੰਭਕ ਬਿੰਦੂ ਨਹੀਂ ਹੈ। ਅਧਿਆਪਕ ਸਾਥੀਓ, ਅਸੀਂ ਬਿੰਦੂ, ਰੇਖਾ, ਰੇਖਾਖੰਡ ਅਤੇ ਕਿਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਹੈ। ਹੁਣ ਅਸੀਂ ਕੋਣ ਦੇ ਵਿਸ਼ੇ ਤੇ ਚਰਚਾ ਕਰਦੇ ਹਾਂ। ਇੱਕ ਬਿੰਦੂ ਦੁਆਲੇ ਕਿਸੇ ਕਿਰਨ ਦੇ ਘੁਮਾਵ ਨੂੰ ਕੋਣ ਕਿਹਾ ਜਾਂਦਾ ਹੈ ਅਤੇ ਕੋਣ ਨੂੰ ਮਾਪਣ ਦੀ ਮੂਲ ਇਕਾਈ ਡਿਗਰੀ ਹੈ। ਸੰਖਿਆ ਉੱਪਰ ਛੋਟੀ ਜਿਹੀ 0 ਡਿਗਰੀ ਦਾ ਚਿੰਨ੍ਹ ਹੈ। ਹੁਣ ਅਸੀਂ ਡਿਗਰੀ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਕੋਣਾਂ ਦੇ ਵਰਗੀਕਰਨ ਬਾਰੇ ਦੱਸ ਸਕਦੇ ਹਾਂ। ਡਿਗਰੀ ਦੇ ਆਧਾਰ ਤੇ ਕੋਣ 7 ਕਿਸਮਾਂ ਦੇ ਹੁੰਦੇ ਹਨ। ਜਦੋਂ ਸਾਂਝੇ ਸਿਖਰ ਬਿੰਦੂ ਵਿੱਚੋਂ ਨਿਕਲਣ ਵਾਲੀਆਂ ਦੋਵੇਂ ਕਿਰਨਾਂ ਇੱਕਸਾਰ ਹੋਣ ਤਾਂ ਇਹਨਾਂ ਵਿਚਕਾਰ 0 ਡਿਗਰੀ ਮਾਪ ਦਾ ਕੋਣ ਬਣਦਾ ਹੈ। ਇਸ ਨੂੰ ਸਿਫਰ ਕੋਣ ਕਿਹਾ ਜਾਂਦਾ ਹੈ। ਅਤੇ ਫਿਰ ਕਿਰਨ ਦੇ ਘੁਮਾਵ ਦੇ ਨਾਲ-ਨਾਲ ਕੋਣ ਦੀਆਂ ਕਿਸਮਾਂ ਬਣਦੀਆਂ ਹਨ, ਜਿਵੇਂ ਕਿ ਸਿਫਰ ਕੋਣ, ਨਿਊਨ ਕੋਣ, ਸਮਕੋਣ, ਅਧਿਕ ਕੋਣ, ਸਰਲ ਕੋਣ, ਰਿਫਲੈਕਸ ਕੋਣ ਅਤੇ ਪੂਰਨ ਕੋਣ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੂੰ ਅਸੀਂ ਕੋਣ ਦੀਆਂ ਇਹਨਾਂ 3 ਕਿਸਮਾਂ ਬਾਰੇ ਹੀ ਦੱਸਣਾ ਹੈ ਅਤੇ ਇਹਨਾਂ ਤਿੰਨਾਂ ਕਿਸਮਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕੋਣ ਹੈ ਸਮਕੋਣ। 90 ਡਿਗਰੀ ਮਾਪ ਵਾਲੇ ਕੋਣ ਨੂੰ ਸਮਕੋਣ ਕਿਹਾ ਜਾਂਦਾ ਹੈ। ਇਸ ਵਿੱਚ ਦੋਵੇਂ ਕਿਰਨਾਂ ਇੱਕ ਦੂਜੇ ਦੇ ਲੰਬ ਹੁੰਦੀਆਂ ਹਨ ਅਤੇ ਇਹ ਅੰਗਰੇਜ਼ੀ ਦੇ ਅੱਖਰ L ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇੱਥੇ ਅਸੀਂ ਇਹ ਵੀ ਸਪਸ਼ਟ ਕਰ ਦੇਣਾ ਹੈ ਕਿ ਕਿਸੇ ਵੀ ਦਿਸ਼ਾ ਵਿੱਚ ਬਣਨ ਵਾਲੇ 90 ਡਿਗਰੀ ਮਾਪ ਦੇ ਕੋਣ ਨੂੰ ਸਮਕੋਣ ਹੀ ਕਿਹਾ ਜਾਂਦਾ ਹੈ। ਬਿੰਦੂ ਦੁਆਲੇ ਕਿਰਨ ਦੇ ਘੁਮਾਵ ਨਾਲ ਜਦੋਂ ਸਮਕੋਣ ਤੋਂ ਛੋਟਾ ਕੋਣ ਬਣਦਾ ਹੈ ਤਾਂ ਇਸ ਨੂੰ ਨਿਊਨ ਕੋਣ ਕਿਹਾ ਜਾਂਦਾ ਹੈ। ਨਿਊਨ ਕੋਣ ਦਾ ਮਾਪ 90 ਡਿਗਰੀ ਤੋਂ ਘੱਟ ਹੁੰਦਾ ਹੈ, ਭਾਵ ਕਿ ਉਹ ਸਾਰੇ ਕੋਣ ਜੋ 0 ਡਿਗਰੀ ਤੋਂ ਵੱਡੇ ਅਤੇ 90 ਡਿਗਰੀ ਤੋਂ ਛੋਟੇ ਹੋਣ ਉਹਨਾਂ ਨੂੰ ਨਿਊਨ ਕੋਣ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਬਿੰਦੂ ਦੁਆਲੇ ਕਿਰਨ ਦੇ ਘੁਮਾਵ ਨਾਲ ਜਦੋਂ ਸਮਕੋਣ ਤੋਂ ਵੱਡਾ ਕੋਣ ਬਣਦਾ ਹੈ ਤਾਂ ਇਸ ਨੂੰ ਅਧਿਕ ਕੋਣ ਕਿਹਾ ਜਾਂਦਾ ਹੈ। ਇਸ ਦਾ ਮਾਪ 90 ਡਿਗਰੀ ਤੋਂ ਵੱਧ ਹੁੰਦਾ ਹੈ, ਭਾਵ ਕਿ 90 ਡਿਗਰੀ ਤੋਂ ਵੱਡੇ ਅਤੇ 180 ਡਿਗਰੀ ਤੋਂ ਛੋਟੇ ਸਾਰੇ ਕੋਣ ਅਧਿਕ ਕੋਣ ਹਨ। ਸਮਕੋਣ ਤੋਂ ਵੱਡੇ ਅਤੇ ਸਰਲ ਕੋਣ ਤੋਂ ਛੋਟੇ ਕੋਣ ਭਾਵੇਂ ਕਿਸੇ ਵੀ ਦਿਸ਼ਾ ਵਿੱਚ ਬਣਾਏ ਗਏ ਹੋਣ ਉਹ ਅਧਿਕ ਕੋਣ ਹੀ ਹੁੰਦੇ ਹਨ। ਕੋਣਾਂ ਸੰਬੰਧੀ ਇਹ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਲੈਣ ਦੇ ਬਾਅਦ ਹੁਣ ਅਸੀਂ ਇਸ ਦੇ ਅਗਲੇ ਭਾਗ ਵੱਲ ਚੱਲਦੇ ਹਾਂ।